ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲੈ ਹੋ। ਸਦਾ ਸਾਹਿਬ ਕੈ ਰੰਗ ਰਹੈ, ਕਬਹੁ ਨਾ ਟੂਟਸ ਨੇਹੋ। ਕਲੋ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲੈ ਹੋ। ਸਦਾ ਸਾਹਿਬ ਕੈ ਰੰਗ ਰਹੈ, ਕਬਹੁ ਨ ਟੂਟਸ ਨੇਹੋ। ਕਲੋ ਮਸਾਜਨੀ ਜਾਇਸੀ, ਲਿਖਿਆ ਪੀ ਨਾ ਲੈ ਜਾਏ। ਨਾਨਕ ਸੈ ਪ੍ਰੀਤ ਨ ਜਾਇਸੀ, ਜੋ ਤੁਰ ਛੋਡੀ ਸਚੈ ਪਾਏ। ਕਲੋ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲੈ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਪ੍ਰਾਪਤ ਹੁੰਦਾ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਣ ਪਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਵਿੱਚ ਆ ਕੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਸਾਡੇ ਜੀਵਨ ਦਾ ਮਨੋਰਥ ਕੀ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮੈਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ, ਗੁਰੂ ਦੀ ਹਾਜ਼ੂਰੀ, ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਉਸ ਨੂੰ ਜੀਵਨ ਦੀ ਸਫਲਤਾ ਦਾ ਭੇਤ ਵੀ ਸਮਝਾ ਦਿੰਦੇ ਹਨ। ਜਦੋਂ ਆਪਾਂ ਅਮੋਲਕ ਉਪਦੇਸ਼ ਸਤਿਗੁਰੂ ਦੇ ਸਰਵਣ ਕਰਦੇ ਹਾਂ, ਕਈ ਵਾਰ ਸਾਡੇ ਮਨ ਦੇ ਵਿੱਚ ਇਹ ਵੀ ਖਿਆਲ ਪੈਦਾ ਹੁੰਦਾ ਹੈ ਬਈ ਇਹ ਉਪਦੇਸ਼ ਬਹੁਤ ਸ੍ਰੇਸ਼ਟ ਹੈ, ਇਸ ਲਈ ਇਹਨੂੰ ਤੇ ਲਿਖ ਲੈਣਾ ਚਾਹੀਦਾ ਹੈ ਔਰ ਇਸ ਨੂੰ ਲਿਖ ਕੇ ਹਮੇਸ਼ਾ ਲਈ ਯਾਦ ਰੱਖਿਆ ਜਾਵੇ। ਇਸੇ ਹੀ ਤਰ੍ਹਾਂ
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰਸਿੱਖ ਸੰਗਤਾਂ ਨੂੰ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਕੋਈ ਚੰਗਾ ਵਿਦਵਾਨ ਲਿਖਾਰੀ ਪੁਰਸ਼ ਆਇਆ। ਜਦੋਂ ਉਸਨੇ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ, ਆਪਣੇ ਨਾਲ ਬੈਠੇ ਕਿਸੇ ਸੇਵਾਦਾਰ ਨੂੰ, ਕਿਸੇ ਸਹਾਇਕ ਨੂੰ ਕਹਿਣ ਲੱਗਾ, ਫਟਾਫਟ ਕਲਮ ਦਵਾਤ ਚੁੱਕ ਕੇ ਲਿਆ, ਆਪਾਂ ਇਸ ਉਪਦੇਸ਼ ਨੂੰ ਲਿਖ ਲਈਏ। ਜਦੋਂ ਉਸਨੇ ਇਹ ਗੱਲ ਆਖੀ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਲਿਖਾਰੀ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜਾ ਗੁਰੂ ਦਾ ਉਪਦੇਸ਼ ਹੈ, ਇਹਨੂੰ ਕੇਵਲ ਕਾਗਜ਼ ਤੇ ਹੀ ਲਿਖਿਆ ਗੱਲ ਨਹੀਂ ਬਣਦੀ, ਇਹਨੂੰ ਤਾਂ ਆਪਣੇ ਹਿਰਦੇ ਵਿੱਚ ਲਿਖਣਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਉਹਨੂੰ ਉਪਦੇਸ਼ ਦਿੰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲੈ ਹੋ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਲਿਖਾਰੀ ਨੂੰ ਕਹਿੰਦੇ ਹਨ, ਕਲੋ ਮਸਾਜਨੀ ਕਿਆ ਸਦਾਈ ਹੈ। ਕਲੋ ਦਾ ਅਰਥ ਹੈ ਕਲਮ ਤੇ ਮਸਾਜਨੀ ਦਾ ਅਰਥ ਹੈ ਦੁਆਤ, ਸਿਆਹੀ ਵਾਲੀ ਦੁਆਤ। ਹਜ਼ੂਰ ਕਹਿੰਦੇ ਨੇ ਵੀ ਇਹ ਕਲਮ ਤੇ ਦੁਆਤ ਕਿਆ ਸਦਾਈ ਹੈ, ਕਿਸ ਵਾਸਤੇ ਮੰਗਵਾਰੇ ਹੋ। ਭਾਵ ਜੋ ਗੁਰੂ ਦਾ ਉਪਦੇਸ਼ ਹੈ, ਇਹਨੂੰ ਕਿਸੇ ਕਾਗਜ਼ ਤੇ ਲਿਖਿਆ ਕੋਈ ਖਾਸ ਗੱਲ ਨਹੀਂ ਬਣੇਗੀ, ਹਿਰਦਾ ਹੀ ਲਿਖ ਲਿਓ। ਗੁਰੂ ਦੇ ਉਪਦੇਸ਼ ਨੂੰ ਤਾਂ ਆਪਣੇ ਹਿਰਦੇ ਦੀ ਫੱਟੀ ਦੇ ਉੱਤੇ ਹਮੇਸ਼ਾ ਲਈ ਲਿਖ ਲੈਣਾ ਚਾਹੀਦਾ ਹੈ। ਹੁਣ ਨਵੇਂ ਤਰੀਕੇ ਵੀ ਨੇ, ਕਈ ਸਲੇਟਾਂ ਤੇ ਲਿਖਦੇ ਸਨ, ਫੱਟੀਆਂ ਤੇ ਲਿਖਦੇ ਸਨ, ਫਿਰ ਕਾਪੀਆਂ ਤੇ ਲਿਖਣ ਲੱਗ ਪਏ, ਹੁਣ ਕੰਪਿਊਟਰ ਤੇ ਵੀ ਲਿਖਿਆ ਜਾਂਦਾ ਹੈ। ਪਰ ਗੱਲ ਤਾਂ ਉੱਥੇ ਹੀ ਹੈ, ਕਾਗਜ਼ ਮੁੱਖ ਹੈ, ਉਸ ਤੋਂ ਬਾਅਦ ਉਸ ਦੇ ਵਿੱਚ ਤਬਦੀਲੀਆਂ ਹੋ ਗਈਆਂ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਬਾਣੀ ਹੈ, ਇਸ ਨੂੰ ਤਾਂ ਹਿਰਦੇ ਦੇ ਕਾਗਜ਼ ਤੇ ਹੀ ਪਾਈ ਲਿਖਣਾ ਚਾਹੀਦਾ ਹੈ। ਸਦਾ ਸਾਹਿਬ ਕੈ ਰੰਗ ਰਹੈ, ਕਬਹੁ ਨ ਟੂਟਸ ਨੇਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਲਿਖਿਆ ਜਾਂਦਾ ਹੈ, ਇਹਦਾ ਫਲ ਇਹ ਹੁੰਦਾ ਹੈ ਸਦਾ ਸਾਹਿਬ ਕੈ ਰੰਗ ਰਹੈ। ਫਿਰ ਇਹ ਜੀਵ ਹਮੇਸ਼ਾ ਲਈ ਉਹ ਸਾਹਿਬ ਪਾਤਸ਼ਾਹ ਅਕਾਲ ਪੁਰਖ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਤੇ ਐਸਾ ਪ੍ਰੇਮ ਦਾ ਰੰਗ ਚੜ੍ਹਦਾ ਹੈ, ਕਬਹੁ ਨ ਟੂਟਸ ਨੇਹੋ। ਕਦੇ ਵੀ ਉਹ ਨੇਹੋਂ ਦਾ ਅਰਥ ਹੈ ਪ੍ਰੇਮ ਟੁੱਟਦਾ ਨਹੀਂ ਹੈ। ਭਾਵ ਜਦੋਂ ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਵਸ ਜਾਵੇ, ਫਿਰ ਐਸਾ ਸੱਚਾ ਸੁੱਚਾ ਵਾਹਿਗੁਰੂ ਦਾ ਪ੍ਰੇਮ ਲੱਗਦਾ ਹੈ ਜਿਹੜਾ ਕਦੇ ਟੁੱਟਦਾ ਵੀ ਨਹੀਂ ਹੈ। ਕਲੋ ਮਸਾਜਨੀ ਜਾਏ ਸੀ, ਲਿਖਿਆ ਭੀ ਨਾ ਲੈ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਲਿਖਾਰੀ ਨੂੰ ਕਹਿੰਦੇ ਨੇ, ਆ ਜਿਹੜੀ ਤੇਰੀ ਕਲਮ ਹੈ ਤੇ ਮਸਾਜਨੀ ਦੁਆਤ ਹੈ, ਇਹ ਵੀ ਕਿਸੇ ਨਾ ਕਿਸੇ ਦਿਨ ਚਲੇ ਜਾਣਗੇ। ਇਹਨਾਂ ਨੇ ਵੀ ਗਰਵੇ ਦੇ ਵਿੱਚ ਚਲੇ ਜਾਣਾ ਹੈ, ਟਰੈਸ਼ ਵਿੱਚ ਚਲਿਆ ਜਾਣਾ ਹੈ। ਕਿਉਂਕਿ ਜਦੋਂ ਕਲਮ ਘਸ ਜਾਵੇ ਤੇ ਦੁਆਤ ਮੁੱਕ ਜਾਵੇ ਤੇ ਉਸ ਨੂੰ ਟਰੈਸ਼ ਦੇ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਆਹ ਤੇਰੀ ਕਲਮ ਵੀ ਤੇ ਦੁਆਤ ਵੀ, ਇਹ ਦੋਵੇਂ ਹੀ ਚਲੇ ਜਾਣਗੇ, ਲਿਖਿਆ ਵੀ ਨਾਲੇ ਜਾਏ। ਜਿਹੜਾ ਕੁਛ ਤੂੰ ਕਾਗਜ਼ ਤੇ ਲਿਖਿਆ ਹੈ,
ਤੇ ਇਹ ਵੀ ਉਸ ਦੇ ਨਾਲ ਹੀ ਚਲਿਆ ਜਾਣਾ ਹੈ, ਕਿਉਂਕਿ ਕਾਗਜ਼ ਦੀ ਵੀ ਕੋਈ ਨਾ ਕੋਈ ਤਾਂ ਮਨਿਆਦ ਹੁੰਦੀ ਹੈ। ਔਰ ਵਧੀਆ ਕਾਗਜ਼ ਥੋੜ੍ਹਾ ਲੰਬਾ ਸਮਾਂ ਕੱਢ ਜਾਂਦਾ ਹੈ, ਨਹੀਂ ਤੇ ਕਾਗਜ਼ ਵੀ ਅਕਸਰ ਪੁਰਾਣਾ ਹੋ ਕੇ ਬੋਦਾ ਹੋ ਕੇ ਫਟ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਤਾਂ ਆਪਣੇ ਮਨ ਦੀ ਫੱਟੀ ਤੇ ਲਿਖਣਾ ਚਾਹੀਦਾ ਹੈ। ਨਾਨਕ ਸਹਿ ਪ੍ਰੀਤ ਨ ਜਾਇਸੀ, ਜੋ ਤੁਰ ਛੋਡੀ ਸੱਚੈ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਸਹਿ ਪਤੀ ਪਰਮੇਸ਼ਰ ਦੀ ਪ੍ਰੀਤੀ ਹੈ ਉਹ ਕਦੇ ਨਹੀਂ ਜਾਵੇਗੀ। ਜੋ ਤੁਰ ਛੋਡੀ ਸੱਚੈ ਪਾਏ, ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਧੁਰ ਤੋਂ ਹੀ ਸਾਡੇ ਅੰਦਰ ਲਿਖ ਕੇ ਪਾ ਛੱਡੀ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਵਾਹਿਗੁਰੂ ਨੇ ਸਾਡੇ ਅੰਦਰ ਸ਼ੁਰੂ ਤੋਂ ਹੀ ਐਸੀ ਆਪਣੀ ਪ੍ਰੇਮ ਦੀ ਲਿਖਤ ਪਾ ਦਿੱਤੀ ਹੈ, ਉਹ ਕਦੇ ਨਹੀਂ ਜਾਵੇਗੀ। ਬਾਕੀ ਤੇ ਸਭ ਕੁਝ ਲਿਖਿਆ ਲਿਖਾਇਆ ਕਿਸੇ ਦਿਨ ਖਤਮ ਹੋ ਸਕਦਾ ਹੈ, ਪਰ ਜਿਹੜੀ ਪ੍ਰੀਤੀ ਵਾਹਿਗੁਰੂ ਨੇ ਸਾਡੇ ਅੰਦਰ ਪੈਦਾ ਕੀਤੀ ਹੈ ਉਹ ਕਦੇ ਜਾਣ ਵਾਲੀ ਨਹੀਂ ਹੈ। ਮਹਲਾ ਤੀਜਾ, ਨਦਰੀ ਆਵੰਦਾ ਨਾਲ ਨਾ ਚੱਲਈ, ਵੇਖੋ ਕੋ ਵਿਓ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸੇ ਹੀ ਲਿਖਾਰੀ ਨੂੰ ਕਹਿੰਦੇ ਨੇ, ਭਾਈ ਵੇਖ ਨਦਰੀ ਆਵੰਦਾ ਨਾਲ ਨਾ ਚੱਲੀ। ਜੋ ਕੁਝ ਨਿਗਾਹ ਵਿੱਚ ਆਉਂਦਾ ਹੈ, ਜੋ ਕੁਝ ਅਸੀਂ ਇਹਨਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ, ਨਾਲ ਨਾ ਚੱਲੀ, ਇਸ ਨੇ ਨਾਲ ਨਹੀਂ ਜਾਣਾ। ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਕਿਸ ਨਾਲ ਕੀਚੈ ਦੋਸੀ ਸਭ ਜਗ ਚੱਲਣਹਾਰ। ਜੋ ਕੁਛ ਵੀ ਨਿਗਾਹ ਵਿੱਚ ਆਉਂਦਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹਨੇ ਸਾਡੇ ਨਾਲ ਨਹੀਂ ਜਾਣਾ। ਵੇਖੋ ਕੋ ਵਿਉ ਪਾਏ। ਵਿਉ ਪਾਏ ਦਾ ਅਰਥ ਹੈ ਕੋਈ ਨਿਰਣਾ ਕਰਕੇ ਵੇਖ ਸਕਦਾ ਹੈ। ਸਤਿਗੁਰ ਸੱਚ ਦ੍ਰਿੜਾਇਆ, ਸੱਚ ਰਹਾ ਲਿਵ ਲਾਏ। ਇਸੇ ਲਈ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ। ਸਤਿਗੁਰੂ ਨੇ ਸਾਨੂੰ ਸੱਚਾ ਨਾਮ ਦ੍ਰਿੜ ਕਰਵਾ ਦਿੱਤਾ ਹੈ, ਸੱਚਾ ਨਾਮ ਸਾਡੇ ਹਿਰਦੇ ਵਿੱਚ ਵਸਾ ਦਿੱਤਾ ਹੈ, ਤੇ ਨਾਲ ਹੀ ਇਹ ਆਖਿਆ ਸੱਚ ਰਹੋ ਲਿਵ ਲਾਏ। ਤੁਸੀਂ ਇਹ ਸੱਚੇ ਨਾਮ ਦੁਆਰਾ ਸਤਿਸਰੂ ਵਾਹਿਗੁਰੂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਲਾਈ ਰੱਖੋ। ਬਸ ਵਾਹਿਗੁਰੂ ਪਰਮੇਸ਼ਰ ਹੀ ਹਮੇਸ਼ਾ ਨਾਲ ਰਹਿਣ ਵਾਲਾ ਪੱਕਾ ਸੱਚਾ ਮਿੱਤਰ ਹੈ। ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸ਼ਬਦੀ ਸੱਚ ਹੈ। ਭਾਈ ਗੁਰੂ ਉਪਦੇਸ਼ ਦੁਆਰਾ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਤੇ ਪ੍ਰਾਪਤ ਕਿਵੇਂ ਹੁੰਦਾ ਹੈ? ਕਰਮੀ ਪੱਲੇ ਪਾਏ, ਸਤਿਗੁਰੂ ਦੀ ਮਿਹਰ ਨਾਲ ਇਹ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ। ਕੁਛ ਵਿਦਵਾਨਾਂ ਨੇ ਇਹਦਾ ਅਰਥ ਹੋਰ ਢੰਗ ਦੇ ਨਾਲ ਵੀ ਕੀਤਾ, ਨਾਨਕ ਸ਼ਬਦੀ ਸੱਚ ਹੈ। ਬਈ ਸ਼ਬਦੀ ਦਾ ਅਰਥ ਹੈ ਸ਼ਬਦ ਦੇ ਦਾਤੇ। ਸਤਿਗੁਰੂ ਦੇ ਕੋਲ ਪਾਈ ਸੱਚਾ ਨਾਮ ਹੈ। ਕਰਮੀ ਪੱਲੇ ਪਾਏ, ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ, ਫਿਰ ਇਹ ਨਾਮ ਪੱਲੇ ਵਿੱਚ ਹਿਰਦੇ ਰੂਪੀ ਬੁੱਧੀ ਰੂਪੀ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ। ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣਹਿ ਭੇਤ। ਹੁਣ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਦੀ ਮਹਿਮਾ ਹੈ, ਹਰ ਅੰਦਰ ਬਾਹਰ ਇੱਕ ਤੂੰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਅੰਦਰ ਵੀ ਤੂੰ ਹੈ ਤੇ ਬਾਹਰ ਵੀ ਇੱਕ ਤੂੰ ਹੈ। ਤੂੰ ਜਾਣਦਾ ਹੈ ਭੇਤ, ਇਸ ਲਈ ਤੂੰ ਹਰ ਇੱਕ ਦੇ ਅੰਦਰਲੇ ਭੇਤ ਨੂੰ ਜਾਣਦਾ ਹੈ, ਕਿਉਂਕਿ ਤੂੰ ਅੰਦਰ ਜੋ ਬੈਠਾ ਹੈ। ਇਹ ਗੁਰਮਤਿ ਦਾ ਸਿਧਾਂਤ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਹਜ਼ੂਰ ਕਹਿੰਦੇ ਉਹ ਅੰਦਰ ਵੀ ਤੇ ਬਾਹਰ ਵੀ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਹਜ਼ੂਰ ਕਹਿੰਦੇ ਹੈ ਵਾਹਿਗੁਰੂ ਜੀ, ਤੂੰ ਅੰਦਰ ਵੀ ਸਾਡੇ ਵਸ ਰਿਹਾ ਤੇ ਬਾਹਰ ਵੀ ਤੂੰ ਹੀ ਇੱਕ ਵਸ ਰਿਹਾ। ਤੂੰ ਜਾਣ ਹੈ ਭੇਤ, ਤੂੰ ਹਰ ਇੱਕ ਜੀਵ ਦੇ ਦਿਲ ਦਾ ਭੇਤ ਜਾਣਦਾ ਹੈ। ਜੋ ਕੀਚੈ ਸੋ ਹਰ ਜਾਣਦਾ,
मेरे मन हर चेत। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜੀਵ ਜੋ ਵੀ ਕਰਦਾ ਹੈ, ਜੋ ਕੀਚੈ, ਇਹ ਜੀਵ ਜੋ ਵੀ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ। ਕੋਈ ਚਾਹੇ ਕਿੰਨਾ ਵੀ ਅਸੀਂ ਛੁਪਾਕੀ ਕੰਮ ਕਰੀਏ, ਅਕਾਲ ਪੁਰਖ ਵਾਹਿਗੁਰੂ ਤਾਂ ਸਾਡੇ ਅੰਦਰ ਬੈਠਾ ਹੈ, ਉਹਨੂੰ ਤੇ ਹਰ ਚੀਜ਼ ਦਾ ਪਤਾ ਲੱਗ ਹੀ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮੇਰੇ ਮਨ ਹਰ ਚੇਤ, ਐ ਮੇਰੇ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਜੋ ਤੇਰੇ ਅੰਦਰ ਬੈਠਾ ਹੈ ਤੇ ਬਾਹਰ ਵੀ ਵਸ ਰਿਹਾ ਹੈ ਤੇ ਤੇਰੇ ਅੰਦਰਲੀ ਗੱਲ ਨੂੰ, ਤੇਰੇ ਅੰਦਰਲੇ ਭੇਤ ਨੂੰ ਵੀ ਜਾਣਦਾ ਹੈ। ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਤੇ ਉਹ ਬੰਦਾ ਰੱਬ ਤੋਂ ਡਰਦਾ ਹੈ ਜਿਹੜਾ ਪਾਪ ਕਰਦਾ ਹੈ, ਕਿਉਂਕਿ ਪਾਪੀ ਨੂੰ ਆਪਣੇ ਪਾਪ ਦਾ ਡਰ ਹੁੰਦਾ ਹੈ। ਕਿਉਂਕਿ ਮਨੁੱਖ ਬਾਹਰੋਂ ਤੇ ਹਰ ਇੱਕ ਹੀ ਚੰਗਾ ਬਣ ਕੇ ਦਿਖਾਉਂਦਾ ਹੈ, ਪਰ ਅੰਦਰ ਜਿਸ ਦੀ ਭਾਵਨਾ ਸ਼ੁੱਧ ਨਹੀਂ ਹੈ, ਅੰਦਰ ਜਿਸ ਦੇ ਪਾਪ ਹੈ, ਉਹਨੂੰ ਹਮੇਸ਼ਾ ਲਈ ਡਰ ਬਣਿਆ ਰਹਿੰਦਾ। ਜਿਵੇਂ ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ ਆ ਬਈ ਇਹਨੂੰ ਤੇ ਆਪਣਾ ਹੀ ਪਾਲਾ ਮਾਰਦਾ, ਇਹਦਾ ਮਤਲਬ ਹੁੰਦਾ ਉਹਨੂੰ ਆਪਣੇ ਅੰਦਰ ਹੀ ਪਾਪ ਦਾ ਡਰ ਲੱਗਦਾ ਹੁੰਦਾ। ਹਜ਼ੂਰ ਕਹਿੰਦੇ ਸੋ ਡਰੈ ਜੇ ਪਾਪ ਕਮਾਉਂਦਾ, ਜਿਹੜਾ ਬੰਦਾ ਪਾਪ ਕਮਾਉਂਦਾ ਹੈ, ਖੋਟੇ ਕੰਮ ਕਰਦਾ ਹੈ, ਕਿਸੇ ਦੇ ਨਾਲ ਬੇਈਮਾਨੀ ਧੋਖੇ ਕਰਦਾ ਹੈ, ਉਹਨੂੰ ਵੀ ਡਰਨਾ ਪੈਂਦਾ ਹੈ। ਧਰਮੀ ਵਗਸੇਤ, ਤੇ ਜਿਹੜਾ ਬੰਦਾ ਧਰਮੀ ਹੈ, ਸੱਚ ਬੋਲਦਾ ਹੈ, ਇਮਾਨਦਾਰੀ ਰੱਖਦਾ ਹੈ, ਅਮਾਨਤ ਵਿੱਚ ਖਿਆਨਤ ਨਹੀਂ ਕਰਦਾ, ਉਹ ਧਰਮੀ ਬੰਦਾ ਹਮੇਸ਼ਾ ਲਈ ਖੁਸ਼ ਰਹਿੰਦਾ ਹੈ। ਤੂੰ ਸੱਚਾ ਆਪ ਨਿਆਓ ਸੱਚ ਤਾਂ ਡਰਿਐ ਕੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜੀ ਤੂੰ ਆਪ ਸੱਚਾ ਹੈ ਤੇ ਤੇਰਾ ਨਿਆਂ ਵੀ ਸੱਚਾ ਹੈ, ਤੇਰਾ ਇਨਸਾਫ ਵੀ ਸੱਚਾ ਹੈ, ਤਾਂ ਡਰਿਐ ਕੇਤ। ਫਿਰ ਕਿਸ ਵਾਸਤੇ ਡਰਨਾ ਹੈ? ਕਿਉਂਕਿ ਠੀਕ ਹੈ ਇਸ ਦੁਨੀਆ ਦੇ ਵਿੱਚ ਤਾਂ ਭਾਵੇਂ ਝੂਠਾ ਵੀ ਇਨਸਾਫ ਹੋ ਜਾਂਦਾ ਹੈ, ਕਈ ਵਾਰੀ ਜਿਹੜੇ ਸੱਚੇ ਨੇ ਉਹ ਦੋਸ਼ੀ ਬਣ ਜਾਂਦੇ ਨੇ ਤੇ ਜਿਹੜੇ ਝੂਠੇ ਨੇ ਬਰੀ ਹੋ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਤੂੰ ਤੇ ਆਪ ਸੱਚਾ ਹੈ, ਤੇਰਾ ਨਿਆਂ ਵੀ ਸੱਚਾ ਹੈ, ਤੇ ਫਿਰ ਕਾਹਦੇ ਲਈ ਡਰਨਾ ਹੈ? ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਸੱਚ ਨੂੰ ਪਛਾਣਿਆ ਹੈ। ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੇ ਸੱਚ ਰਲੇਤ। ਤੇ ਭਾਈ ਉਹ ਸੱਚ ਸਰੂਪ ਵਾਹਿਗੁਰੂ ਦੇ ਨਾਲ ਹੀ ਰਲ ਜਾਂਦੇ ਨੇ। ਹਰ ਜਨ ਦੋਈ ਏਕ ਹੈ ਬੇਬੇ ਵਿਚਾਰ ਕਛ ਨਾਹੀਂ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਇਉਂ ਭਾਈ ਜਿਹੜਾ ਸੱਚ ਦੇ ਨਾਲ ਜੁੜਦਾ ਹੈ, ਸੱਚ ਨੂੰ ਪਛਾਣ ਲੈਂਦਾ ਹੈ, ਫਿਰ ਉਹ ਸੱਚ ਦੇ ਨਾਲ ਹੀ ਰਲ ਜਾਂਦਾ ਹੈ। ਸ਼ਲੋਕ ਮਹਲਾ ਤੀਜਾ ਕਲਮ ਜਲੋ ਸਣ ਮਸਵਾਣੀਏ ਕਾਗਦ ਪੀ ਜਲ ਜਾਓ। ਹੁਣ ਇਸ ਲਖਾਰੀ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਬਹੁਤ ਸਾਰੇ ਐਸੇ ਵੀ ਦੁਨੀਆ ਦੇ ਵਿੱਚ ਲਖਾਰੀ ਲੋਕ ਹਨ ਤੇ ਜਿਹੜੇ ਗਲਤ ਮਲਤ ਚੀਜ਼ਾਂ ਵੀ ਲਿਖੀ ਜਾਂਦੇ ਨੇ, ਕੋਈ ਗੰਦੇ ਲਿਟਰੇਚਰ, ਕੋਈ ਗੰਦੇ ਨਾਵਲ, ਕੋਈ ਗੰਦੇ ਕਿਸੇ ਕਹਾਣੀਆਂ ਲਿਖਦੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਦੱਸਦੇ ਹਨ, ਕਲਮ ਜਲੋ ਸਣ ਮਸਵਾਣੀਆਂ ਕਾਗਜ਼ ਪੀ ਜਲ ਜਾਓ। ਬਈ ਉਹ ਤੇ ਕਲੋਂ ਵੀ ਸੜ ਜਾਵੇ, ਸਣੇ ਹੀ ਮਸਵਾਣੀਆਂ ਦਾ ਅਰਥ ਹੈ ਸਿਆਹੀ ਵਾਲੀ ਦੁਆਤ ਦੇ। ਉਹ ਸਿਆਹੀ ਵਾਲੀ ਦੁਆਤ ਦੇ ਸਮੇਤ ਉਹ ਕਲੋਂ ਵੀ ਸੜ ਜਾਵੇ ਤੇ ਕਾਗਜ਼ ਪੀ ਜਲ ਜਾਓ, ਤੇ ਉਹ ਜਿਹੜਾ ਕਾਗਜ਼ ਹੈ ਉਹ ਵੀ ਭਾਈ ਸੜ ਜਾਣਾ ਚਾਹੀਦਾ ਹੈ। ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਇਓ ਲਿਖਣ ਵਾਲਾ ਲਿਖਾਰੀ ਵੀ ਸੜ ਬਲ ਜਾਵੇ, ਜਿਨ ਲਿਖਿਆ ਦੂਜਾ ਪਾਓ। ਜਿਹਨੇ ਭਾਈ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ,
ਵਾਹਿਗੁਰੂ ਦੀ ਸਿਫਤ ਸਲਾਹ ਨੂੰ ਛੱਡ ਕੇ ਜਿਨ ਲਿਖਿਆ ਦੂਜਾ ਪਾਓ, ਜਿਹਨੇ ਪਾਈ ਦੂਜਾ ਪਾਓ ਲਿਖਿਆ ਹੈ। ਇਹਦਾ ਮਤਲਬ ਇਹ ਹੈ ਜਿਸਨੇ ਕੋਈ ਦੁਨੀਆ ਦੀ ਤਾਰੀਫ ਕੀਤੀ ਹੈ, ਕਿਸੇ ਵਸਤੂ ਦੀ ਤਾਰੀਫ ਕੀਤੀ ਹੈ, ਜਿਸਨੇ ਕੋਈ ਦੁਨੀਆ ਦੇ ਕੋਈ ਜਿਹੜੇ ਲੋਕ ਨੇ, ਕੋਈ ਜਿਹੜੇ ਆਪਣੇ ਆਪ ਨੂੰ ਪੋਲੀਟੀਕਲ ਕੋਈ ਕੁਛ ਬਣੇ ਫਿਰਦੇ ਨੇ, ਉਹਨਾਂ ਦੀ ਝੂਠੀ ਤਾਰੀਫ ਲਿਖੀ ਹੈ ਮਾਇਆ ਲੈ ਕੇ। ਤੇ ਜਿਨ੍ਹਾਂ ਨੇ ਗਲਤ ਮਲਤ ਲਿਖਿਆ ਹੈ, ਹਜ਼ੂਰ ਕਹਿੰਦੇ ਬਈ ਉਹ ਤੇ ਸੜ ਹੀ ਜਾਣੇ ਚਾਹੀਦੇ ਨੇ। ਜਿਨ੍ਹਾਂ ਨੇ ਦੂਜਾ ਪਾਓ ਲਿਖਿਆ, ਭਾਵ ਗੁਰੂ ਦੀ ਗੱਲ ਨਹੀਂ ਲਿਖੀ, ਗੁਰੂ ਦੇ ਪੰਥ ਦੀ ਵੀ ਕੋਈ ਗਾਥਾ ਨਹੀਂ ਲਿਖੀ, ਗੁਰੂ ਦੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਵੀ ਕੋਈ ਲੇਖ ਨਹੀਂ ਲਿਖਿਆ, ਤੇ ਜਿਹੜੇ ਲਿਖਾਰੀ ਭਾਈ ਵਿਕਾਊ ਨੇ ਔਰ ਉਹ ਸਰਕਾਰਾਂ ਦੇ ਹੱਕ ਵਿੱਚ, ਏਜੰਸੀਆਂ ਦੇ ਹੱਕ ਦੇ ਵਿੱਚ, ਤੇ ਹੋਰ ਜਿਹੜੇ ਕੋਈ ਭੈੜੇ ਲੇਖ ਲਿਖਣ ਵਾਲੇ ਉਹਨਾਂ ਦੇ ਸੋਹਲੇ ਗਾਉਂਦੇ ਨੇ, ਉਹਨਾਂ ਦੇ ਬਾਰੇ ਇਹ ਸਤਿਗੁਰੂ ਦਾ ਕਥਨ ਬਿਲਕੁਲ ਠੀਕ ਟੁਕਦਾ ਹੈ। ਉਹ ਕੱਲੋਂ ਵੀ ਸੜ ਜਾਵੇ, ਉਹ ਦੁਆਤ ਵੀ ਸੜ ਜਾਵੇ, ਉਹ ਕਾਗਜ਼ ਵੀ ਸੜ ਜਾਵੇ, ਤੇ ਉਹ ਲਿਖਣ ਵਾਲਾ ਵੀ ਸੜ ਜਾਵੇ ਜਿਸਨੇ ਭਾਈ ਦੂਜਾ ਪਾਓ ਲਿਖਿਆ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਪੂਰਬ ਲਿਖਿਆ ਕਮਾਵਣਾ। ਇਸ ਜੀਵ ਨੇ ਜੋ ਕੁਝ ਇਹਦੇ ਮੱਥੇ ਤੇ ਵਾਹਿਗੁਰੂ ਪਰਮੇਸ਼ਰ ਨੇ ਪੂਰਬਲਾ ਲੇਖ ਲਿਖਿਆ ਹੈ, ਉਹੀ ਕੁਛ ਇਹਨੇ ਕਮਾਵਣਾ ਵੀ ਹੁਣ ਵੀ ਕਰਨਾ ਹੈ। ਹਜ਼ੂਰ ਕਹਿੰਦੇ ਇਸ ਮਨੁੱਖ ਦਾ ਐਸਾ ਹੀ ਸਿਲਸਿਲਾ ਚੱਲਿਆ ਆ ਰਿਹਾ ਹੈ, ਜਿਹੋ ਜਿਹੇ ਪਿਛਲੇ ਜਨਮਾਂ ਦੇ ਵਿੱਚ ਇਹ ਕੰਮ ਕਰਦਾ ਨਾ, ਚੰਗੇ ਕਰਦਾ ਚਾਹੇ ਮਾੜੇ ਕਰਦਾ, ਉਹੋ ਜਿਹੇ ਸੰਸਕਾਰ ਬਣ ਜਾਂਦੇ ਨੇ। ਜਿਹੋ ਜਿਹੇ ਸੰਸਕਾਰ ਬਣਦੇ ਨੇ ਤੇ ਫਿਰ ਉਹੋ ਜਿਹੀ ਰੁਚੀ ਵੀ ਬਣ ਜਾਂਦੀ ਹੈ। ਉਸ ਰੁਚੀ ਦੇ ਮੁਤਾਬਕ, ਪਿਛਲੇ ਸੰਸਕਾਰਾਂ ਦੇ ਮੁਤਾਬਕ ਫਿਰ ਜਦੋਂ ਦੂਸਰੇ ਜਨਮ ਦੇ ਵਿੱਚ ਵੀ ਜਾਂਦਾ ਹੈ ਤੇ ਫਿਰ ਉਸੇ ਤਰ੍ਹਾਂ ਹੀ ਫਿਰ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ, ਆ ਜਿਵੇਂ ਦਰਿਆਵਾਂ ਦੇ ਵਹਿਣ ਹੁੰਦੇ ਨੇ। ਜਦੋਂ ਕੋਈ ਐਸਾ ਸਮਾਂ ਆਉਂਦਾ ਹੈ, ਪਾਣੀ ਵਧੇਰੇ ਆਉਂਦਾ ਹੈ ਤੇ ਪਾਣੀ ਆਪਣੇ ਜਾਣ ਦਾ ਰਾਹ ਆਪ ਹੀ ਬਣਾ ਲੈਂਦਾ ਹੈ। ਫਿਰ ਜਦੋਂ ਵੀ ਪਾਣੀ ਆਉਂਦਾ ਹੈ, ਜਿੱਥੋਂ ਰਾਹ ਬਣ ਜਾਂਦਾ ਉਸੇ ਪਾਸੇ ਨੂੰ ਫਿਰ ਰੁੜਿਆ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸੰਸਕਾਰਾਂ ਦਾ ਵਹਿਣ ਹੁੰਦਾ ਹੈ। ਜੋ ਕੰਮ ਅਸੀਂ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਤੇ ਉਹ ਹੁਣ ਵੀ ਅਸੀਂ ਕਰਦੇ ਹਾਂ ਤੇ ਇਹੋ ਜਿਹੇ ਅੱਗੇ ਲਈ ਵੀ ਕਰੀ ਜਾਣੇ ਨੇ। ਹਜ਼ੂਰ ਕਹਿੰਦੇ ਨੇ, ਨਾਨਕ ਪੂਰਬ ਲਿਖਿਆ ਕਮਾਵਣਾ। ਜਿਸ ਤਰ੍ਹਾਂ ਦੇ ਪਹਿਲਾਂ ਦੇ ਸੰਸਕਾਰਾਂ ਦੇ ਲੇਖ ਲਿਖੇ ਨੇ, ਉਹੋ ਜਿਹੇ ਕੰਮ ਇਹ ਜੀ ਪਿੱਛੇ ਕਰਦਾ ਆ ਰਿਹਾ ਹੈ ਤੇ ਹੁਣ ਵੀ ਉਹੀ ਕਰ ਰਿਹਾ ਹੈ। ਅਵਰ ਨਾ ਕਰਨਾ ਜਾਏ, ਇਹਦੇ ਪਾਸੋਂ ਹੋਰ ਕੁਛ ਕੀਤਾ ਹੀ ਨਹੀਂ ਜਾ ਸਕਦਾ। ਇਹਦਾ ਮਤਲਬ ਇਹ ਹੈ ਬਈ ਜਿਹੜੇ ਕੁਛ ਚੰਗਾ ਮੰਦਾ ਲਿਖਦੇ ਜਾਂ ਬੋਲਦੇ ਹਨ, ਜਾਂ ਜੋ ਵੀ ਚੰਗਾ ਮਾੜਾ ਕੁਛ ਉਹ ਕਰਦੇ ਨੇ, ਉਹਨਾਂ ਦੇ ਪਹਿਲੇ ਵੀ ਉਹੋ ਜਿਹੇ ਕੰਮ ਹੁੰਦੇ ਨੇ, ਉਹਨਾਂ ਦੇ ਅਨੁਸਾਰ ਉਹੋ ਜਿਹੇ ਸੰਸਕਾਰ, ਉਹੋ ਜਿਹੇ ਭਾਗ ਲਿਖੇ ਜਾਂਦੇ ਨੇ, ਤੇ ਜਿਹੋ ਜਿਹੀ ਰੁਚੀ ਬਣ ਜਾਂਦੀ ਉਹੋ ਜਿਹੇ ਕੰਮ ਫਿਰ ਵੀ ਉਹ ਕਰਦੇ ਨੇ। ਹਜ਼ੂਰ ਕਹਿੰਦੇ ਹੋਰ ਉਹਨਾਂ ਦੇ ਪਾਸੋਂ ਕੁਝ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਹੈ, ਜੇ ਕੋਈ ਮਾੜੇ ਲੇਖ ਲਿਖਦਾ ਹੈ, ਮਾੜੇ ਕੰਮ ਕਰਦਾ ਹੈ, ਉਹ ਪਿਛਲੇ ਜਨਮਾਂ ਦੇ ਵਿੱਚ ਵੀ ਇਹੋ ਜਿਹੇ ਭੈੜੇ ਕੰਮ ਹੀ ਉਸਨੇ ਕੀਤੇ ਹੁੰਦੇ ਨੇ, ਤੇ ਅੱਗੇ ਲਈ ਵੀ ਉਹ ਨਵੇਂ ਬੀਜ ਬੀਜ ਰਿਹਾ ਕੰਡਿਆਂ ਦੇ, ਅੱਗੇ ਲਈ ਵੀ ਉਹਨੇ ਖੋਟੇ ਕੰਮ ਹੀ ਕਰਨੇ ਨੇ। ਮਾੜੇ ਆਦਮੀ ਕੋਲੋਂ ਚੰਗਾ ਕੰਮ ਹੋ ਹੀ ਨਹੀਂ ਸਕਦਾ, ਤੇ ਜਿਹੜਾ ਚੰਗਾ ਹੈ ਉਹ ਮਾੜਾ ਨਹੀਂ ਕਰ ਸਕਦਾ। ਇਸ ਲਈ ਜਿਹੋ ਜਿਹੇ ਵਾਹਿਗੁਰੂ ਨੇ ਭਾਈ ਲੇਖ ਲਿਖ ਦਿੱਤੇ ਹਨ, ਉਹੀ ਕੁਛ ਜੀਵ ਕਰ ਰਿਹਾ ਹੈ ਤੇ ਹੋਰ ਇਹਦੇ ਪਾਸੋਂ ਕੁਛ ਵੀ ਨਹੀਂ ਕੀਤਾ ਜਾ ਸਕਦਾ। ਮਹੱਲਾ ਤੀਜਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਗੁਰਬਾਣੀ ਤੇ ਸਿਫਤ ਸਲਾਹ ਤੋਂ ਬਿਨਾਂ ਅਸੀਂ ਹੋਰ ਜੋ ਵੀ ਕੁਛ ਪੜ੍ਹਦੇ ਹਾਂ ਉਹ ਵੀ ਝੂਠਾ ਹੈ, ਤੇ ਜੋ ਕੁਛ ਪੜ੍ਹ ਕੇ ਸੁਣਾਉਣੇ ਹਾਂ, ਬੋਲਦੇ ਹਾਂ, ਉਚਾਰਨ ਕਰਦੇ ਹਾਂ, ਉਹ ਵੀ ਝੂਠਾ ਹੈ। ਕਿਉਂ? ਮਾਇਆ ਨਾਲ ਪਿਆਰ। ਤੁਸੀਂ ਜਦੋਂ ਉਹ ਹੋਰ ਬਾਣੀ ਤੋਂ ਬਿਨਾਂ ਹੋਰ ਗੱਲਾਂ ਪੜ੍ਹੋਗੇ ਜਾਂ ਸੁਣੋਗੇ, ਉਹਦੇ ਨਾਲ ਮਾਇਆ ਨਾਲ ਪਿਆਰ, ਮਾਇਆ ਦੇ ਨਾਲ ਹੀ ਪਿਆਰ ਵਧੇਗਾ।
ਮਾਇਆ ਦੇ ਨਾਲ ਹੀ ਸਾਡੇ ਅੰਦਰੋਂ ਪ੍ਰੇਮ ਪੈਦਾ ਹੋਵੇਗਾ। ਵਾਹਿਗੁਰੂ ਦਾ ਪ੍ਰੇਮ ਨਹੀਂ, ਬਾਣੀ ਦਾ ਪ੍ਰੇਮ ਨਹੀਂ, ਸਿੱਖੀ ਦਾ ਪ੍ਰੇਮ ਨਹੀਂ, ਮਾਇਆ ਦੇ ਨਾਲ ਹੀ ਪਿਆਰ ਪੈਦਾ ਹੋਵੇਗਾ। ਨਾਨਕ ਵਿਣ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਚੀਜ਼ ਹਮੇਸ਼ਾ ਲਈ ਸਥਿਰ ਰਹਿਣ ਵਾਲੀ ਨਹੀਂ ਹੈ। ਇਸ ਲਈ ਸਾਨੂੰ ਗੁਰਬਾਣੀ ਛੱਡ ਕੇ ਹੋਰ ਜਿਹੜੇ ਕੋਈ ਕਿਸੇ ਕਹਾਣੀਆਂ ਨੇ ਉਹਨਾਂ ਨੂੰ ਨਹੀਂ ਪੜ੍ਹਨਾ ਚਾਹੀਦਾ। ਹਜ਼ੂਰ ਕਹਿੰਦੇ ਪੜ ਪੜ ਹੋਏ ਖੁਆਰ। ਤੇ ਜਿਹੜੇ ਬਾਣੀ ਤੋਂ ਸਿਵਾਏ, ਇਤਿਹਾਸ ਤੋਂ ਸਿਵਾਏ ਹੋਰ ਜਿਹੜੀਆਂ ਝੂਠੀਆਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਪੜ ਪੜ ਕੇ ਆਪ ਵੀ ਖੁਆਰ ਹੁੰਦੇ ਨੇ, ਦੂਜਿਆਂ ਨੂੰ ਵੀ ਖੁਆਰ ਕਰਦੇ ਹਨ। ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹੁਣ ਪੌੜੀ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵੱਡੀ ਹੈ। ਕਿਉਂ? ਹਰ ਕੀਰਤਨ ਹਰ ਕਾ, ਵੀ ਹਰ ਕੋਈ ਉਸ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕਰ ਰਿਹਾ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਜਸ ਸਾਰੀ ਸ੍ਰਿਸ਼ਟੀ ਕਰ ਰਹੀ ਹੈ। ਸੋ ਦਰ ਦੀ ਪੌੜੀ ਪੜ੍ਹ ਕੇ ਦੇਖੋ। ਸੋ ਦਰ ਕੀਹਾ ਸੋ ਕਰ ਕੀਹਾ, ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸੋ ਕਹੀਨ, ਕੇਤੇ ਗਾਵਣ ਹਾਰੇ। ਅੱਗੇ ਹਜ਼ੂਰ ਕਹਿੰਦੇ ਨੇ, ਕੌਣ ਕੌਣ ਤੇਰੇ ਜਸ ਨੂੰ ਗਾ ਰਿਹਾ ਹੈ? ਗਾਵੈ ਹੈ ਤੋਹਨੋਂ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਸਾਰੀ ਪੌੜੀ ਵਿੱਚ ਗੁਰੂ ਮਹਾਰਾਜ ਨੇ ਇਹੀ ਗੱਲ ਸਿੱਧ ਕੀਤੀ ਹੈ ਵੀ ਸਾਰੀ ਸ੍ਰਿਸ਼ਟੀ, ਸੂਖਮ ਤੇ ਸਥੂਲ ਸ੍ਰਿਸ਼ਟੀ, ਸਭ ਦੇਵੀ ਦੇਵਤੇ, ਰਿਸ਼ੀ ਮੁਨੀ, ਪੀਰ ਪੈਗੰਬਰ ਸਾਰੇ ਵਾਹਿਗੁਰੂ ਦਾ ਜਸ ਕਰ ਰਹੇ ਹਨ। ਹਰ ਕੀ ਵਡਿਆਈ ਵੱਡੀ ਹੈ, ਜਾਣਿਆ ਹੈ ਧਰਮ ਕਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਜਾਂ ਨਿਆਂ ਹੈ ਧਰਮ ਕਾ। ਉਹ ਧਰਮ ਦਾ ਨਿਆਂ ਕਰਦਾ ਹੈ। ਕਦੇ ਵੀ ਉਸ ਵਾਹਿਗੁਰੂ ਦੇ ਘਰ ਅਨਿਆਂ ਨਹੀਂ ਹੁੰਦਾ, ਬੇਇਨਸਾਫੀ ਨਹੀਂ ਹੁੰਦੀ। ਉਸ ਵਾਹਿਗੁਰੂ ਦੇ ਘਰ ਤਾਂ ਉੱਥੇ ਸੱਚੋ ਹੀ ਸੱਚ ਨਿਬੜੈ, ਚੁਨਵਾ ਕਢੇ ਜਜਮਾਲਿਆ। ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਿਆ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਦੀ ਵਡਿਆਈ ਇਸ ਲਈ ਵੱਡੀ ਹੈ ਵੀ ਉਸ ਵਾਹਿਗੁਰੂ ਦੇ ਘਰ ਧਰਮ ਦਾ ਨਿਆਂ ਹੁੰਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਇਸ ਲਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਇਸ ਜੀਵ ਦੇ ਕੀਤੇ ਕਰਮ ਦਾ ਫਲ ਉਹ ਵਾਹਿਗੁਰੂ ਪਰਮੇਸ਼ਰ ਆਪ ਦਿੰਦਾ। ਜੇ ਕੋਈ ਚੰਗਾ ਕਰੇ ਉਹਨੂੰ ਚੰਗਾ ਫਲ ਸੁਖ ਦਿੰਦਾ ਹੈ, ਜੇ ਕੋਈ ਮਾੜਾ ਕਰੇ ਉਸ ਨੂੰ ਮਾੜਾ ਫਲ ਦੁੱਖ ਵੀ ਉਹੀ ਦਿੰਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਨਾ ਸੁਣਈ ਕਹਿਆ ਚੁਗਲ ਕਾ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਜਾ ਨਾ ਸੁਣੀ ਕਹਿਆ ਚੁਗਲ ਕਾ। ਉਹ ਕਿਸੇ ਚੁਗਲ ਦਾ, ਕਿਸੇ ਮੁਖਬਰ ਦਾ ਕਿਆ ਨਹੀਂ ਸੁਣਦਾ। ਨਹੀਂ, ਆਮ ਤੌਰ ਤੇ ਤੁਸੀਂ ਇਸ ਗੱਲ ਨੂੰ ਜ਼ਰੂਰ ਵੇਖਿਆ ਹੋਣਾ ਹੈ, ਜਿਹੜੇ ਵੱਡੇ ਲੋਕ ਹੁੰਦੇ ਨੇ, ਖਾਸ ਕਰਕੇ ਸਿਆਸੀ ਲੋਕ ਹੁੰਦੇ ਨੇ, ਰਾਜਨੀਤਿਕ ਲੀਡਰ ਹੁੰਦੇ ਨੇ, ਉਹ ਕੰਨਾਂ ਦੇ ਬੜੇ ਕੱਚੇ ਹੁੰਦੇ ਨੇ। ਜਿਹੜੇ ਮੁਖਬਰ ਲੋਕ ਨੇ, ਜਿਵੇਂ ਵੀ ਚੁਗਲੀ ਕਰ ਦੇਣ ਉਹਨਾਂ ਦੇ ਕੰਨ ਭਰ ਦੇਣ, ਉਸੇ ਤਰ੍ਹਾਂ ਹੀ ਉਹ ਅਮਲ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਉਹ ਕਿਸੇ ਚੁਗਲ ਦਾ ਕਿਆ ਨਹੀਂ ਸੁਣਦਾ। ਭਾਵ ਉਹ ਵਾਹਿਗੁਰੂ ਸੱਚ ਦਾ ਹੀ ਨਿਤਾਰਾ ਕਰਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਉਹ ਬਿਨਾਂ ਪੁੱਛਿਆ ਤੋਂ ਹੀ ਪਾਈ ਦਾਨ ਦੇਣ ਵਾਲਾ ਹੈ। ਹੁਣ ਦੇਖ ਲਓ, ਜਦੋਂ ਬੱਚਾ ਛੋਟਾ ਹੁੰਦਾ ਹੈ ਜਾਂ ਮਾਤਾ ਦੇ ਉਦਰ ਵਿੱਚ ਹੁੰਦਾ ਹੈ
ਨਾ ਤੇ ਉਸ ਵੇਲੇ ਉਹ ਕੁਝ ਕਰ ਸਕਦਾ, ਮੰਗ ਵੀ ਨਹੀਂ ਸਕਦਾ, ਬੋਲ ਵੀ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬਿਨਾਂ ਪੁੱਛਿਆਂ ਤੋਂ ਦਾਨ ਦੇਣ ਵਾਲਾ ਹੈ। ਕਈ ਵਾਰੀ ਬੰਦਾ ਮਨ ਦੇ ਵਿੱਚ ਹੀ ਸੋਚਦਾ ਹੈ ਬਈ ਮੈਨੂੰ ਵਾਹਿਗੁਰੂ ਆਹ ਦਾਤ, ਇਹ ਦਾਨ ਬਖਸ਼ਿਸ਼ ਕਰ ਦੇਵੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਬਿਨਾਂ ਬੋਲਿਆਂ ਤੋਂ, ਬਿਨਾਂ ਪੁੱਛਿਆਂ ਤੋਂ ਉਹ ਉਂਝ ਹੀ ਦਾਨ ਦੇ ਦਿੰਦਾ ਹੈ। ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੁਈ, ਸੰਪੋ ਕਿਸੈ ਨ ਨਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰਮੁਖੋ, ਸਾਰੀ ਸ੍ਰਿਸ਼ਟੀ ਮੈਂ ਕਰਦੀ ਹੋਈ ਮਰ ਗਈ ਹੈ, ਸੰਪੋ ਕਿਸੇ ਨਾਲ। ਸੰਪੋ ਦਾ ਅਰਥ ਹੈ ਜਿਹੜੀ ਸੰਪਤੀ ਹੈ, ਵਿਭੂਤੀ ਹੈ, ਮਾਲ ਅਸਬਾਬ ਹੈ, ਮਾਇਆ ਹੈ, ਇਹ ਕਿਸੇ ਦੇ ਨਾਲ ਨਹੀਂ ਜਾਂਦਾ, ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਰੂਮ ਵਲਾਇਤ ਵਿੱਚ ਗਏ, ਉੱਥੇ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਨੂੰ ਸਤਿਗੁਰੂ ਨੇ ਨਸੀਹਤਨਾਮਾ ਉਚਾਰਨ ਕਰਕੇ ਉਪਦੇਸ਼ ਦਿੱਤਾ ਸੀ। ਉਹਦੇ ਵਿੱਚ ਇਹ ਬਚਨ ਆਏ ਨੇ, 40 ਗੰਜ ਜੋੜੇ ਨਾ ਰਾਖਿਓ ਈਮਾਨ, ਦੇਖੋ ਲੋਗੋ ਕਾਰੂ ਹੋਤਾ ਪਰੇਸ਼ਾਨ। ਦੇਖ ਲੋ ਮਨੁੱਖ ਮਾਇਆ ਇਕੱਠੀ ਕਰਦਾ ਕਰਦਾ ਅਖੀਰ ਤੇ ਮਰਨ ਕਿਨਾਰੇ ਚਲਿਆ ਜਾਂਦਾ ਹੈ, ਪਰ ਜਦੋਂ ਆਂਦਾ ਸਮਾਂ ਆਉਂਦਾ ਹੈ, ਇਹ ਜਿਹੜੀ ਮਾਇਆ ਹੈ, ਇਹ ਦੌਲਤ ਹੈ, ਕਿਸੇ ਦੇ ਨਾਲ ਨਹੀਂ ਜਾਂਦੀ। ਦੂਜੈ ਪਾਏ ਦੁਖ ਪਾਇਆ, ਸਭ ਜੋ ਹੀ ਜਮ ਕਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਜੀਵ ਨੇ ਦੂਜੇ ਪਾਏ ਦੁੱਖ ਪਾਇਆ, ਵੀ ਦੁਐਤ ਭਾਵ ਦੇ ਵਿੱਚ ਲੱਗ ਕੇ ਵਾਹਿਗੁਰੂ ਨੂੰ ਛੱਡ ਹੋਰ ਜੋ ਦੂਜੇ ਪਾਸੇ ਪ੍ਰੇਮ ਕਰਨਾ, ਦੁਐਤ ਭਾਵ ਹੀ ਹੈ। ਹਜ਼ੂਰ ਕਹਿੰਦੇ ਨੇ ਦੂਜੇ ਭਾਵ ਦੇ ਵਿੱਚ, ਦੂਜੇ ਪ੍ਰੇਮ ਦੇ ਵਿੱਚ ਲੱਗ ਕੇ ਜੀਵ ਨੇ ਦੁੱਖ ਹੀ ਪਾਇਆ ਹੈ। ਸਭ ਜੋ ਹੀ ਜਮਕਾਲ, ਵਾਹਿਗੁਰੂ ਨੂੰ ਛੱਡ ਕੇ ਜਿਹੜੀ ਵੀ ਹੋਰ ਕਿਸੇ ਵੀ ਵਸਤੂ ਜਾਂ ਵਿਅਕਤੀ ਨਾਲ ਕੋਈ ਪ੍ਰੇਮ ਕਰਦਾ ਹੈ, ਤੇ ਉਹ ਸਾਰੀ ਸ੍ਰਿਸ਼ਟੀ ਨੂੰ ਜਮਕਾਲ ਨੇ ਜੋ ਹੀ ਤਾੜਿਆ ਹੋਇਆ ਹੈ, ਭਾਵ ਆਪਣੀ ਕਰੜੀ ਨਿਗਾਹ ਦੇ ਨਾਲ ਉਹਦੇ ਵੱਲ ਨਿਗਰਾਨੀ ਕੀਤੀ ਹੈ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸੰਭਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਉਹ ਉਸ ਜਮਕਾਲ ਤੋਂ ਬਚ ਗਏ ਨੇ। ਕਿਵੇਂ ਬਚੇ ਨੇ? ਸਾਚਾ ਨਾਮ ਸੰਭਾਲ, ਉਹਨਾਂ ਨੇ ਸੱਚੇ ਨਾਮ ਨੂੰ ਸੰਭਾਲਿਆ। ਸੱਚਾ ਨਾਮ ਸੱਚੀ ਦੌਲਤ ਹੈ। ਜਿਹ ਮਾਰੋ ਕੇ ਗਨੇ ਜਾਹਿ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਹੜੇ ਦੁਨੀਆ ਦੇ ਲੋਕ ਨੇ ਝੂਠੀ ਮਾਇਆ ਨਾਲ ਪ੍ਰੇਮ ਕਰਦੇ ਨੇ, ਉਹਨੂੰ ਤੇ ਛੱਡ ਕੇ ਜਾਣਾ ਪੈਂਦਾ ਹੈ। ਅੱਗੇ ਜਮਾਂ ਦੀਆਂ ਵੀ ਸਜ਼ਾਵਾਂ ਸਹਾਰਨੀਆਂ ਪੈਂਦੀਆਂ ਨੇ, ਪਰ ਗੁਰਮੁਖ ਸੱਚੇ ਨਾਮ ਨੂੰ ਸੰਭਾਲਦੇ ਨੇ, ਸੱਚੀ ਦੌਲਤ ਇਕੱਠੀ ਕਰਦੇ ਨੇ, ਉਹ ਗੁਰਮੁਖ ਕਾਲ ਤੋਂ ਵੀ ਬਚ ਜਾਂਦੇ ਹਨ।